ਜ਼ਿੰਦਗੀ ਵਿੱਚ ਹੋਣ ਵਾਲੀਆਂ ਕੁਝ ਘਟਨਾਵਾਂ ਅਤੇ ਹਾਦਸੇ ਬਹੁਤ ਅਜੀਬ ਹੁੰਦੇ ਹਨ। ਕਈ ਵਾਰ ਅਸੀਂ ਨਿਰਾਸ਼ ਹੋ ਜਾਂਦੇ ਹਾਂ ਅਤੇ ਜਦੋਂ ਸਾਨੂੰ ਅਚਾਨਕ ਉਮੀਦ ਦੀ ਕਿਰਨ ਦਿਖਾਈ ਦਿੰਦੀ ਹੈ ਅਤੇ ਕਈ ਵਾਰ ਅਸੀਂ ਬਹੁਤ ਜ਼ਿਆਦਾ ਆਸਵੰਦ ਹੋ ਜਾਂਦੇ ਹਾਂ ਅਤੇ ਪੂਰੀਆਂ ਉਮੀਦਾਂ ਹੋਣ ਦੇ ਬਾਵਜੂਦ ਅਸੀਂ ਖਾਲੀ ਹੱਥ ਰਹਿ ਜਾਂਦੇ ਹਾਂ। ਮੇਰਾ ਵਿਆਹ ਹੋ ਰਿਹਾ ਸੀ ਅਤੇ ਮੈਂ ਬਹੁਤ ਖੁਸ਼ ਸੀ। ਆਖਰਕਾਰ ਮੈਨੂੰ ਵਾਰ-ਵਾਰ ਠੋਕਰਾਂ ਤੋਂ ਰਾਹਤ ਮਿਲ ਰਹੀ ਸੀ ਅਤੇ ਇੱਕ ਮਜ਼ਬੂਤ ਆਦਮੀ ਜੋ ਮੈਂ ਚਾਹੁੰਦੀ ਸੀ ਹੁਣ ਮੈਨੂੰ ਮਿਲਣ ਵਾਲਾ ਸੀ। ਮੈਂ ਖੁਸ਼ ਕਿਵੇਂ ਨਾ ਹੁੰਦੀ। ਮੇਰੇ ਦਿਲ ਵਿੱਚ ਹਜ਼ਾਰਾਂ ਚਾਅ ਅਤੇ ਅਰਮਾਨ ਸਨ। ਵਿਆਹ ਨੂੰ ਲੈ ਕੇ ਮੇਰੀਆਂ ਅੱਖਾਂ 'ਚ ਕਈ ਸੁਪਨੇ ਸਨ ਅਤੇ ਉਹਨਾਂ ਸੁਪਨਿਆਂ ਦੇ ਪੂਰਾ ਹੋਣ ਦਾ ਸਮਾਂ ਆ ਗਿਆ ਸੀ। ਮੈਂ ਪਰਦਾ ਕਰਕੇ ਮੰਜੇ ਤੇ ਬੈਠੀ ਆਪਣੇ ਪਤੀ ਅਨਿਕੇਤ ਦੀ ਉਡੀਕ ਕਰ ਰਹੀ ਸੀ। ਸਾਰਾ ਕਮਰਾ ਮਹਿਕ ਰਿਹਾ ਸੀ। ਮੇਰਾ ਵਿਆਹ ਬਹੁਤ ਅਮੀਰ ਪਰਿਵਾਰ ਵਿੱਚ ਹੋਇਆ ਸੀ। ਇਹ ਘਰ ਨਹੀਂ ਸ਼ੀਸ਼ ਮਹਿਲ ਵਰਗਾ ਲੱਗਦਾ ਸੀ। ਮੈਂ ਆਪਣੀ ਕਿਸਮਤ ਤੇ ਬਹੁਤ ਹੈਰਾਨ ਸੀ। ਮੇਰੇ ਤੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਸੰਭਲ ਰਹੀ ਸੀ। ਆਉਣ ਵਾਲੇ ਸਮੇਂ ਤੋਂ ਅਣਜਾਣ ਮੈਂ ਆਪਣੀ ਖੁਸ਼ੀ ਹਮੇਸ਼ਾ ਇਸੇ ਤਰ੍ਹਾਂ ਬਣੀ ਰਹਿਣ ਲਈ ਅਰਦਾਸ ਕਰ ਰਹੀ ਸੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਰੱਬ ਮੈਨੂੰ ਮੇਰੀਆਂ ਉਮੀਦਾਂ ਤੋਂ ਵੱਧ ਕੇ ਬਹੁਤ ਕੁਝ ਦੇਵੇਗਾ। ਮੈਨੂੰ ਇੰਨੇ ਦੀ ਉਮੀਦ ਨਹੀਂ ਸੀ ਜਿੰਨਾ ਮੈਨੂੰ ਮਿਲ ਗਿਆ ਸੀ। ਖੁਸ਼ੀ ਕਾਰਨ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ। ਮੈਂ ਆਪਣੇ ਆਪ ਨੂੰ ਹਵਾ ਵਿੱਚ ਉੱਡਦੀ ਮਹਿਸੂਸ ਕਰ ਰਹੀ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਖੁਸ਼ੀ ਥੋੜੇ ਸਮੇਂ ਦੀ ਹੈ। ਬਹੁਤ ਜਲਦੀ ਕਿਸਮਤ ਮੈਨੂੰ ਇੱਕ ਵਾਰ ਫਿਰ ਜ਼ਮਾਨੇ ਦੀਆਂ ਠੋਕਰਾਂ ਖਾਣ ਲਈ ਇਕੱਲਾ ਛੱਡਣ ਜਾ ਰਹੀ ਸੀ। ਅਨਿਕੇਤ ਮੇਰੇ ਕੋਲ ਆਇਆ ਅਤੇ ਉਸਨੇ ਮੈਨੂੰ ਮੂੰਹ ਦਿਖਾਈ ਦੇ ਹੀਰੇ ਦਾ ਲੋਕਟ ਦਿੱਤਾ। ਮੈਂ ਬਹੁਤ ਖੁਸ਼ ਸੀ। ਮੇਰੇ ਲਈ ਹੀਰਿਆਂ ਅਤੇ ਪੱਥਰਾਂ ਦੀ ਕੋਈ ਮਹੱਤਤਾ ਨਹੀਂ ਸੀ, ਪਰ ਮੇਰੇ ਲਈ ਜਜ਼ਬਾਤ ਬਹੁਤ ਮਹੱਤਵਪੂਰਨ ਸਨ ਅਤੇ ਮੈਂ ਬਹੁਤ ਖੁਸ਼ ਸੀ ਕਿ ਅਨਿਕੇਤ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਪਰਮਾਤਮਾ ਦਾ ਜਿੰਨਾ ਧੰਨਵਾਦ ਕਰਦੀ ਓਨਾ ਘੱਟ ਸੀ ਜਿਸ ਨੇ ਮੈਨੂੰ ਇੰਨੀਆਂ ਖੁਸ਼ੀਆਂ ਦਿੱਤੀਆਂ ਸਨ। ਸ਼ਾਇਦ ਅੱਜ ਮੈਨੂੰ ਆਪਣੇ ਜੀਵਨ ਭਰ ਦੇ ਦੁੱਖਾਂ ਦਾ ਸਿਲਾ ਮਿਲ ਗਿਆ ਸੀ। ਅਨਿਕੇਤ ਦੇਰ ਰਾਤ ਤੱਕ ਮੇਰੇ ਨਾਲ ਗੱਲਾਂ ਕਰਦਾ ਰਿਹਾ ਅਤੇ ਮੈਨੂੰ ਆਪਣੀ ਕਹਾਣੀ ਸੁਣਾਉਂਦਾ ਰਿਹਾ ਅਤੇ ਮੈਨੂੰ ਪਹਿਲੀ ਵਾਰ ਦੇਖ ਕੇ ਕਿਵੇਂ ਉਹ ਮੇਰੇ ਲਈ ਪਾਗਲ ਹੋ ਗਿਆ ਸੀ। ਮੈਂ ਇੰਨੀ ਸੋਹਣੀ ਨਹੀਂ ਸੀ। ਪਤਾ ਨਹੀਂ ਅਨਿਕੇਤ ਨੇ ਮੇਰੇ ਵਿੱਚ ਕੀ ਦੇਖਿਆ ਕਿ ਉਸਨੂੰ ਮੇਰੇ ਲਈ ਆਪਣੇ ਪੂਰੇ ਪਰਿਵਾਰ ਨਾਲ ਮੁਕਾਬਲਾ ਕਰਨਾ ਪਿਆ ਅਤੇ ਸਭ ਨੂੰ ਜਿੱਤ ਕੇ ਉਸਨੇ ਮੈਨੂੰ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਸ਼ਾਮਲ ਕਰ ਲਿਆ ਸੀ, ਜਿੱਥੇ ਮੈਂ ਉਸਦੀ ਹਮਸਫ਼ਰ ਬਣ ਕੇ ਉਸਦੇ ਨਾਲ ਮੋਢਾ ਜੋੜ ਕੇ ਤੁਰਨ ਵਾਲੀ ਸੀ। ਅਤੇ ਇਹੀ ਗੱਲ ਮੈਂ ਅਨਿਕੇਤ ਤੋਂ ਪੁੱਛੀ ਤਾਂ ਉਸਨੇ ਮੇਰੇ ਹੱਥ ਪਿਆਰ ਨਾਲ ਫੜ ਲਏ ਅਤੇ ਕੁਝ ਦੇਰ ਮੇਰੇ ਵੱਲ ਦੇਖਦਾ ਰਿਹਾ। ਫਿਰ ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਸ਼ੀਸ਼ੇ ਦੇ ਸਾਹਮਣੇ ਖੜਾ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਤੁਹਾਡੀਆਂ ਅੱਖਾਂ ਦੇ ਡੂੰਘੇ ਸਮੁੰਦਰ ਵਿੱਚ ਡੁੱਬ ਗਿਆ ਹੈ। ਸ਼ਾਇਦ ਤੁਸੀਂ ਆਪਣੀਆਂ ਅੱਖਾਂ ਦੀ ਸੁੰਦਰਤਾ ਵੱਲ ਧਿਆਨ ਨਹੀਂ ਦਿੱਤਾ। ਇਹਨਾਂ ਅੱਖਾਂ ਨੇ ਮੈਨੂੰ ਪਾਗਲ ਕਰ ਦਿੱਤਾ ਹੈ ਤੇ ਸਭ ਤੋਂ ਉੱਪਰ ਤੇਰੇ ਚਿਹਰੇ ਦੀ ਇਸ ਮਾਸੂਮੀਅਤ ਨੇ ਮੇਰੇ ਦਿਲ ਦੀ ਸ਼ਾਂਤੀ ਖੋਹ ਲਈ ਸੀ ਅਤੇ ਮੈਂ ਪਹਿਲੀ ਨਜ਼ਰ ਵਿੱਚ ਹੀ ਤੇਰੇ ਤੋਂ ਆਪਣਾ ਦਿਲ ਗੁਆ ਬੈਠਾ ਸੀ। ਮੈਂ ਵੇਖਿਆ ਕਿ ਤੁਹਾਡੀਆਂ ਅੱਖਾਂ ਬਹੁਤ ਸੁੰਦਰ ਸਨ। ਯਤੀਮਖਾਨੇ ਵਿੱਚ ਵੀ ਕੁੜੀਆਂ ਮੇਰੀਆਂ ਅੱਖਾਂ ਦੀ ਖੂਬਸੂਰਤੀ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਸਨ, ਪਰ ਮੈਂ ਉਹਨਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਅੱਜ ਮੈਂ ਅਨਿਕੇਤ ਦੀ ਗੱਲ ਵੱਲ ਧਿਆਨ ਦਿੱਤਾ। ਮੇਰੀਆਂ ਅੱਖਾਂ ਸੱਚਮੁੱਚ ਬਹੁਤ ਸੁੰਦਰ ਹਨ ਅਤੇ ਅਨਿਕੇਤ ਦੇ ਪਿਆਰ ਦੀ ਲਾਲੀ ਮੇਰੇ ਚਿਹਰੇ ਤੇ ਫੈਲੀ ਹੋਈ ਸੀ, ਜੋ ਮੇਰੇ ਬਦਾਮੀ ਰੰਗ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਸੀ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ 3 ਦਿਨ ਬੀਤ ਗਏ। ਮੈਂ ਆਪਣੇ ਪਤੀ ਦੇ ਪਿਆਰ ਵਿੱਚ ਡੁੱਬੀ ਹੋਈ ਸੀ ਅਤੇ ਉਸਦੇ ਪਿਆਰ ਨੂੰ ਮਹਿਸੂਸ ਕਰ ਰਹੀ ਸੀ। ਇਹ 3 ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਖੁਸ਼ਕਿਸਮਤ ਦਿਨ ਸਨ। ਜਦੋਂ ਵਿਛੋੜੇ ਦਾ ਸਮਾਂ ਨੇੜੇ ਆਇਆ ਤਾਂ ਮੈਂ ਜ਼ਿੰਦਗੀ ਨੂੰ ਸਹੀ ਤਰ੍ਹਾਂ ਅਨੁਭਵ ਕਰਨ ਦੇ ਯੋਗ ਵੀ ਨਹੀਂ ਸੀ। ਅਨਿਕੇਤ ਦੇ ਬਾਹਰ ਜਾਣ ਦਾ ਸਮਾਂ ਹੋ ਗਿਆ ਸੀ। ਅਨਿਕੇਤ ਦੇ ਕਾਰੋਬਾਰ ਭਾਰਤ ਅਤੇ ਭਾਰਤ ਤੋਂ ਬਾਹਰ ਹਰ ਥਾਂ ਤੇ ਫੈਲੇ ਹੋਏ ਸਨ। ਅਨਿਕੇਤ ਨੇ ਜ਼ਰੂਰੀ ਕੰਮ ਲਈ ਵਿਦੇਸ਼ ਜਾਣਾ ਸੀ। ਉਸ ਦੇ ਜਾਣ ਦੀ ਖਬਰ ਸੁਣ ਕੇ ਮੇਰੀਆਂ ਸਾਰੀਆਂ ਖੁਸ਼ੀਆਂ ਅਲੋਪ ਹੋ ਗਈਆਂ ਸਨ। ਮੇਰਾ ਦਿਲ ਅਜੀਬ ਜਿਹੀਆਂ ਚਿੰਤਾਵਾਂ ਵਿੱਚ ਡੁੱਬ ਗਿਆ ਸੀ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਸੋਹਣਾ ਸੁਪਨਾ ਦੇਖ ਰਹੀ ਸੀ। ਹੁਣ ਮੇਰੀਆਂ ਅੱਖਾਂ ਖੁੱਲਣ ਵਾਲੀਆਂ ਹੋਣ ਅਤੇ ਮੈਂ ਫਿਰ ਤੋਂ ਆਪਣੀ ਉਸ ਪੁਰਾਣੀ ਜ਼ਿੰਦਗੀ ਵਿੱਚ ਮੁੜਨ ਵਾਲੀ ਹੋਵਾਂ ਜਿਸ ਵਿੱਚ ਸੜਦਿਆਂ ਮੈਂ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕੀਤਾ ਸੀ।
ਅਨਿਕੇਤ ਆਪ ਵੀ ਮੇਰੇ ਤੋਂ ਦੂਰ ਜਾਣ ਵੇਲੇ ਬਹੁਤ ਦੁਖੀ ਸੀ। ਜਾਣ ਤੋਂ ਪਹਿਲਾਂ ਉਹ ਬਹੁਤ ਦੇਰ ਤੱਕ ਕਮਰੇ ਵਿੱਚ ਮੇਰੇ ਕੋਲ ਬੈਠਾ ਸੀ ਅਤੇ ਮੈਨੂੰ ਕਹਿ ਰਿਹਾ ਸੀ ਕਿ ਉਹ ਜਲਦੀ ਹੀ ਵਾਪਸ ਆ ਜਾਵੇਗਾ, ਉਦਾਸ ਨਾ ਹੋਵੋ। ਮੈਂ ਦੁਖੀ ਹੋ ਕੇ ਉਸ ਨੂੰ ਜੱਫੀ ਪਾ ਲਈ। ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਅਨਿਕੇਤ ਦੇ ਵਿਛੋੜੇ ਨੂੰ ਸਹਿ ਸਕਦੀ ਅਤੇ ਅਨਿਕੇਤ ਨੇ ਵੀ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਫੜ ਲਿਆ ਸੀ। ਉਸਨੇ ਮੇਰੇ ਹੰਝੂ ਪੂੰਝੇ ਅਤੇ ਮੈਨੂੰ ਦਿਲਾਸਾ ਦਿੱਤਾ ਕਿ ਉਹ ਮੇਰੇ ਨਾਲ ਫੋਨ ਤੇ ਗੱਲ ਕਰਦਾ ਰਹੇਗਾ ਅਤੇ ਜਲਦੀ ਵਾਪਸ ਆਉਣ ਦੀ ਕੋਸ਼ਿਸ਼ ਕਰੇਗਾ। ਮੈਂ ਦੇਖਿਆ ਕਿ ਅਨਿਕੇਤ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨ ਅਤੇ ਮੈਂ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਕਿ ਮੇਰੇ ਕਰਕੇ ਅਨਿਕੇਤ ਦੀਆਂ ਅੱਖਾਂ ਵਿੱਚ ਹੰਝੂ ਆਉਣ। ਮੈਂ ਝੱਟ ਆਪਣੇ ਹੰਝੂ ਸਾਫ਼ ਕੀਤੇ ਅਤੇ ਚਿਹਰੇ ਤੇ ਮੁਸਕਾਨ ਲਿਆ ਕੇ ਕਿਹਾ, ਤੁਸੀਂ ਜਾਓ, ਮੈਂ ਤੁਹਾਡਾ ਇੰਤਜ਼ਾਰ ਕਰਾਂਗੀ। ਜਲਦੀ ਆਉਣ ਦਾ ਵਾਅਦਾ ਕਰਕੇ ਉਹ ਚਲਾ ਗਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸਨ। ਮੈਂ ਆਪਣੀ ਸਹਿਣਸ਼ੀਲਤਾ ਦੀ ਆਖਰੀ ਹੱਦ ਤੇ ਸੀ ਅਤੇ ਉਸ ਨੂੰ ਅਲਵਿਦਾ ਕਹਿ ਰਹੀ ਸੀ। ਮੈਂ ਸਮਝ ਨਹੀਂ ਸਕੀ ਕਿ ਇਹ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸੀ ਜਾਂ ਮੈਂ ਸੁਪਨਾ ਦੇਖ ਰਹੀ ਸੀ। ਅਨਿਕੇਤ ਦੇ ਸਾਥ ਨੇ ਮੇਰੇ ਸਰੀਰ ਅਤੇ ਰੂਹ ਨੂੰ ਆਪਣੇ ਪਿਆਰ ਦੇ ਜਾਦੂ ਹੇਠਾਂ ਕੈਦ ਕਰ ਲਿਆ ਸੀ। ਮੈਂ ਬਹੁਤ ਬੇਚੈਨ ਮਹਿਸੂਸ ਕਰ ਰਹੀ ਸੀ। ਮੈਂ ਆਪਣੇ ਪਤੀ ਨੂੰ ਬਹੁਤ ਯਾਦ ਕਰ ਰਹੀ ਸੀ ਅਤੇ ਬਹੁਤ ਘਬਰਾਹਟ ਵੀ ਮਹਿਸੂਸ ਕਰ ਰਹੀ ਸੀ। ਇੰਜ ਲੱਗ ਰਿਹਾ ਸੀ ਕਿ ਮੇਰੇ ਨਾਲ ਕੁਝ ਬੁਰਾ ਹੋਣ ਵਾਲਾ ਹੈ। ਪਰ ਮੈਂ ਆਪਣੇ ਮਨ ਵਿੱਚੋਂ ਇਹ ਸਾਰੇ ਮਾੜੇ ਵਿਚਾਰਾਂ ਨੂੰ ਕੱਢ ਕੇ ਸਾਰਾ ਦਿਨ ਅਨਿਕੇਤ ਦੀਆਂ ਯਾਦਾਂ ਵਿੱਚ ਗੁਆਚੀ ਆਪਣੇ ਕਮਰੇ ਵਿੱਚ ਬੈਠੀ ਰਹੀ। ਪਰਿਵਾਰ ਦੇ ਬਾਕੀ ਸਾਰੇ ਮੈਂਬਰ ਅਨਿਕੇਤ ਨੂੰ ਏਅਰਪੋਰਟ ਤੇ ਛੱਡਣ ਗਏ ਸਨ, ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉਸ ਨੂੰ ਛੱਡਣ ਚਲੀ ਜਾਂਦੀ ਅਤੇ ਅਨਿਕੇਤ ਵੀ ਨਹੀਂ ਚਾਹੁੰਦਾ ਸੀ ਕਿ ਮੈਂ ਉਸ ਨੂੰ ਜਾਂਦੇ ਹੋਏ ਦੇਖ ਕੇ ਟੁੱਟ ਜਾਵਾਂ ਅਤੇ ਉੱਥੇ ਮੇਰੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ। ਜਾਣ ਤੋਂ ਪਹਿਲਾਂ ਉਸਨੇ ਆਪਣੀ ਮਾਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਵਾਅਦਾ ਲਿਆ ਸੀ ਕਿ ਉਹ ਅਵਨੀ ਦਾ ਪੂਰਾ ਖਿਆਲ ਰੱਖਣਗੇ, ਅਵਨੀ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਾ, ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਾ ਹੋਣ ਦੇਣਾ। ਹੁਣ ਇਹ ਮੇਰੀ ਜ਼ਿੰਦਗੀ ਹੈ ਅਤੇ ਮੈਂ ਅਵਨੀ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਹਮੇਸ਼ਾ ਯਾਦ ਰੱਖਣਾ ਕਿ ਉਸਨੇ ਮੁਸਕਰਾ ਕੇ ਵਾਅਦਾ ਕੀਤਾ ਸੀ। ਪਰ ਜਦੋਂ ਉਸ ਦੀ ਮਾਂ ਨੇ ਮੇਰੇ ਵੱਲ ਦੇਖਿਆ ਤਾਂ ਮੈਂ ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਦੇਖ ਕੇ ਡਰ ਗਈ। ਮੈਨੂੰ ਨਹੀਂ ਪਤਾ ਸੀ ਕਿ ਅੱਗੇ ਆਉਣ ਵਾਲੇ ਹਾਲਾਤ ਕਿਹੋ ਜਿਹੇ ਹੋਣਗੇ, ਪਰ ਮੈਂ ਆਪਣੇ ਆਪ ਨੂੰ ਕਾਬੂ ਕਰਨਾ ਚਾਹੁੰਦੀ ਸੀ। ਮੈਨੂੰ ਆਪਣੀ ਸੱਸ ਦੀ ਗੁੱਸੇ ਵਾਲੀ ਨਿਗਾਹ ਚੰਗੀ ਤਰ੍ਹਾਂ ਯਾਦ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਉਹ ਮੇਰੇ ਨਾਲ ਜੋ ਵੀ ਕਰੇਗੀ ਮੈਂ ਸਬਰ ਰੱਖਾਂਗੀ। ਮੈਂ ਇਸ ਨੂੰ ਬਰਦਾਸ਼ਤ ਕਰਾਂਗੀ ਕਿਉਂਕਿ ਮੇਰਾ ਪਤੀ ਜਲਦੀ ਹੀ ਵਾਪਸ ਆਉਣ ਵਾਲਾ ਸੀ। ਜਿੱਥੇ ਮੈਂ ਸਾਰੀ ਉਮਰ ਸਬਰ ਕੀਤਾ ਸੀ, ਉੱਥੇ ਕੁਝ ਦਿਨ ਹੋਰ ਸਬਰ ਕਰਨ ਲਈ ਤਿਆਰ ਸੀ। ਮੈਨੂੰ ਅਨਿਕੇਤ ਨਾਲ ਇੰਨਾ ਪਿਆਰ ਹੋ ਗਿਆ ਸੀ ਕਿ ਮੈਂ ਉਸ ਨੂੰ ਛੱਡਣ ਜਾਂ ਉਸ ਤੋਂ ਵੱਖ ਹੋਣ ਬਾਰੇ ਸੋਚ ਵੀ ਨਹੀਂ ਸਕਦੀ ਸੀ। ਇਹੋ ਜਿਹਾ ਸੋਚ ਕੇ ਮੈਨੂੰ ਦਰਦ ਹੁੰਦਾ ਸੀ, ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਅਨਿਕੇਤ ਤੋਂ ਵਿਛੋੜਾ ਮੇਰੀ ਕਿਸਮਤ ਵਿੱਚ ਇਸ ਤਰ੍ਹਾਂ ਲਿਖਿਆ ਜਾਵੇਗਾ ਕਿ ਮੈਂ ਟੁਕੜੇ ਟੁਕੜੇ ਹੋ ਜਾਵਾਂਗੀ। ਜਦੋਂ ਮੇਰੀ ਸੱਸ ਅਤੇ ਸਹੁਰਾ ਏਅਰਪੋਰਟ ਤੋਂ ਘਰ ਵਾਪਸ ਆਏ ਤਾਂ ਉਹਨਾਂ ਦੇ ਮਿਜਾਜ ਬਦਲੇ ਹੋਏ ਸਨ। ਉਹਨਾਂ ਨੇ ਇੱਕ ਪਲ ਵੀ ਬਰਬਾਦ ਨਾ ਕੀਤਾ ਅਤੇ ਮੈਨੂੰ ਘਰੋਂ ਕੱਢਣ ਦੀ ਯੋਜਨਾ ਬਣਾ ਲਈ, ਪਰ ਮੇਰੇ ਉੱਤੇ ਆਉਣ ਵਾਲੀ ਤਬਾਹੀ ਤੋਂ ਮੈਂ ਪੂਰੀ ਤਰ੍ਹਾਂ ਅਣਜਾਣ ਸੀ। ਮੈਂ ਤਾਂ ਇਸ ਘਰ ਵਿੱਚ ਸਬਰ ਨਾਲ ਬਚਣ ਬਾਰੇ ਸੋਚ ਰਹੀ ਸੀ, ਜਦੋਂ ਕਿ ਇੱਥੇ ਇਹ ਲੋਕ ਮੈਨੂੰ ਘਰ ਵਿੱਚ ਬਰਦਾਸ਼ਤ ਕਰਨ ਲਈ ਵੀ ਤਿਆਰ ਨਹੀਂ ਸਨ। ਉਹ ਲੋਕ ਜੋ ਕੁਝ ਸਮਾਂ ਪਹਿਲਾਂ ਮੇਰੇ ਪਤੀ ਨਾਲ ਖੁਸ਼ ਹੋ ਕੇ ਗੱਲਾਂ ਕਰ ਰਹੇ ਸਨ ਅਤੇ ਮੇਰੀ ਦੇਖਭਾਲ ਕਰਨ ਦਾ ਭਰੋਸਾ ਦੇ ਰਹੇ ਸਨ, ਉਹ ਹੁਣ ਮੈਨੂੰ ਦੁੱਖ ਤਕਲੀਫ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਸਨ। ਮੇਰੀ ਸੱਸ ਮੇਰੇ ਕੋਲ ਆਈ ਅਤੇ ਮੈਨੂੰ ਕਿਹਾ ਕਿ ਚੁੱਪਚਾਪ ਮੇਰਾ ਘਰ ਛੱਡ ਦਿਓ ਕਿਉਂਕਿ ਤੁਸੀਂ ਮੇਰੇ ਪੁੱਤਰ ਕਾਰਨ ਇਸ ਘਰ ਵਿੱਚ ਸੀ ਅਤੇ ਮੈਂ ਆਪਣੇ ਪੁੱਤਰ ਕਾਰਨ ਹੀ ਤੁਹਾਨੂੰ ਬਰਦਾਸ਼ਤ ਕਰ ਰਹੀ ਸੀ। ਹੁਣ ਜਦੋਂ ਮੇਰਾ ਪੁੱਤਰ ਚਲਾ ਗਿਆ ਹੈ ਤਾਂ ਮੇਰੀਆਂ ਸਾਰੀਆਂ ਮਜਬੂਰੀਆਂ ਵੀ ਖਤਮ ਹੋ ਗਈਆਂ ਹਨ। ਇਸ ਲਈ ਚੁੱਪਚਾਪ ਆਪਣੇ ਬੈਗ ਪੈਕ ਕਰੋ ਅਤੇ ਇੱਥੋਂ ਚਲੇ ਜਾਓ। ਸੱਸ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਾ ਜਿਵੇਂ ਮੇਰੇ ਤੇ ਅਸਮਾਨ ਡਿੱਗ ਪਿਆ ਹੋਵੇ, ਪਰ ਪਤਾ ਨਹੀਂ ਇੰਨੀ ਹਿੰਮਤ ਕਿਵੇਂ ਹੋ ਗਈ ਕਿ ਮੈਂ ਘਰੋਂ ਬਾਹਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੈਂ ਕਿਹਾ, ਮੈਂ ਇਹ ਘਰ ਨਹੀਂ ਛੱਡਾਂਗੀ, ਇਹ ਮੇਰੇ ਪਤੀ ਦਾ ਘਰ ਹੈ, ਉਹ ਮੈਨੂੰ ਪਿਆਰ ਕਰਦਾ ਹੈ। ਜਦੋਂ ਉਹ ਮੈਨੂੰ ਇੱਥੇ ਨਹੀਂ ਦੇਖੇਗਾ ਤਾਂ ਉਹ ਮੇਰੇ ਲਈ ਬਹੁਤ ਬੇਤਾਬ ਹੋਵੇਗਾ। ਉਹ ਮੇਰੇ ਲਈ ਰੋਵੇਗਾ ਅਤੇ ਦੁੱਖ ਝੱਲੇਗਾ ਅਤੇ ਮੈਂ ਆਪਣੇ ਪਤੀ ਨੂੰ ਬਿਲਕੁਲ ਵੀ ਉਦਾਸ ਨਹੀਂ ਕਰਨਾ ਚਾਹੁੰਦੀ। ਤੁਸੀਂ ਜਿਵੇਂ ਕਹੋਗੇ ਮੈਂ ਕਰਾਂਗੀ, ਮੈਂ ਤੁਹਾਡੇ ਘਰ ਹੀ ਰਹਾਂਗੀ, ਪਰ ਮੈਨੂੰ ਇੱਥੋਂ ਨਾ ਕੱਢੋ। ਜਿਸ ਤੇ ਉਹਨਾਂ ਦਾ ਰਵੱਈਆ ਵਿਗੜ ਗਿਆ ਅਤੇ ਉਹ ਮੈਨੂੰ ਧੱਕਾ ਦੇ ਕੇ ਘਰੋਂ ਕੱਢਣ ਲੱਗੀ।
ਉਹ ਲੋਕ ਮੈਨੂੰ ਬੇਰਹਿਮੀ ਨਾਲ ਖਿੱਚ ਰਹੇ ਸਨ। ਮੇਰੀ ਸੱਸ ਨੇ ਮੈਨੂੰ ਬਾਲਾਂ ਤੋਂ ਫੜ ਕੇ ਗੇਟ ਤੋਂ ਬਾਹਰ ਕੱਢ ਦਿੱਤਾ ਅਤੇ ਗੇਟ ਬੰਦ ਕਰ ਦਿੱਤਾ। ਮੈਂ ਇੱਕ ਵਾਰ ਫਿਰ ਬੇਘਰ ਹੋ ਗਈ ਸੀ। ਮੈਂ ਆਪਣੀ ਕਾਲੀ ਕਿਸਮਤ ਤੇ ਦਿਲੋਂ ਰੋ ਰਹੀ ਸੀ। ਮੇਰੇ ਤੋਂ ਵੱਧ ਕਿਸਮਤ ਹੋਰ ਕੌਣ ਹੋ ਸਕਦਾ ਸੀ। ਪਰ ਮੈਂ ਇੱਥੇ ਹਾਰ ਨਹੀਂ ਮੰਨੀ, ਕਿਉਂਕਿ ਜੇਕਰ ਮੈਨੂੰ ਇੱਥੋਂ ਕੱਢ ਦਿੱਤਾ ਗਿਆ ਤਾਂ ਇਸ ਧਰਤੀ ਤੇ ਮੇਰੇ ਲਈ ਹੋਰ ਕੋਈ ਥਾਂ ਨਹੀਂ ਹੋਵੇਗੀ। ਮੈਂ ਜ਼ਮੀਨ ਤੇ ਇੰਨੀ ਜ਼ੋਰ ਨਾਲ ਡਿੱਗ ਗਈ ਕਿ ਮੈਂ ਜ਼ਖਮੀ ਹੋ ਗਈ। ਮੈਂ ਤੇਜ਼ੀ ਨਾਲ ਉੱਠੀ ਅਤੇ ਦਰਵਾਜ਼ੇ ਦੀ ਘੰਟੀ ਵਜਾਉਣ ਲੱਗੀ। ਮੈਂ ਰੋਂਦੀ ਚੀਕਦੀ ਅਤੇ ਉਹਨਾਂ ਨੂੰ ਰੱਬ ਦਾ ਵਾਸਤਾ ਦਿੰਦੀ ਰਹੀ, ਪਰ ਮੇਰਾ ਰੋਣਾ ਚੀਕਣਾ, ਮੇਰੀ ਬੇਬਸੀ, ਮੇਰਾ ਗਮ ਕੁਝ ਵੀ ਉਹਨਾਂ ਨੂੰ ਪਿਘਲਾ ਨਹੀਂ ਸਕਿਆ। ਇਹ ਪੱਥਰ ਦੇ ਬਣੇ ਹੋਏ ਸਨ। ਜੇ ਉਹਨਾਂ ਦੇ ਸੀਨੇ ਵਿੱਚ ਦਿਲ ਹੁੰਦਾ, ਜੇ ਉਹਨਾਂ ਵਿੱਚ ਇਨਸਾਨੀਅਤ ਹੁੰਦੀ, ਤਾਂ ਉਹ ਰਾਤ ਦੇ ਹਨੇਰੇ ਵਿੱਚ ਕਿਸੇ ਮੁਟਿਆਰ ਨੂੰ ਘਰੋਂ ਬਾਹਰ ਨਾ ਕੱਢਦੇ। ਰਾਤ ਦਾ ਹਨੇਰਾ ਹਰ ਪਾਸੇ ਫੈਲਿਆ ਹੋਇਆ ਸੀ। ਚਾਰੇ ਪਾਸੇ ਸਨਾਟਾ ਛਾਇਆ ਹੋਇਆ ਸੀ। ਸਿਰਫ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਜਿਸ ਕਾਰਨ ਮੈਨੂੰ ਇਸ ਚੁੱਪ ਵਿੱਚ ਹੋਰ ਵੀ ਭਿਆਨਕ ਮਹਿਸੂਸ ਹੋ ਰਿਹਾ ਸੀ। ਮੇਰਾ ਦਿਲ ਬਹੁਤ ਤੇਜ਼ ਧੜਕ ਰਿਹਾ ਸੀ। ਮੈਂ ਬਹੁਤ ਡਰੀ ਹੋਈ ਸੀ ਅਤੇ ਠੰਡ ਵੀ ਸੀ। ਮੈਂ ਕੋਈ ਗਰਮ ਕੱਪੜੇ ਵੀ ਨਹੀਂ ਪਾਏ ਹੋਏ ਸਨ। ਮੈਂ ਠੰਡ ਨਾਲ ਕੰਬਦੀ ਹੋਈ ਮੈਂ ਉੱਥੇ ਹੀ ਬੈਠ ਗਈ। ਮੈਂ ਸੋਚਿਆ, ਸਵੇਰ ਤੱਕ ਮੈਂ ਇੱਥੇ ਹੀ ਬੈਠੀ ਰਹਾਂਗੀ। ਹੋ ਸਕਦਾ ਕਿ ਉਹਨਾਂ ਲੋਕਾਂ ਨੂੰ ਮੇਰੇ ਤੇ ਤਰਸ ਆ ਜਾਵੇ, ਉਹਨਾਂ ਦੀ ਜ਼ਮੀਰ ਉਹਨਾਂ ਨੂੰ ਸ਼ਰਮਿੰਦਾ ਕਰੇ। ਹੋ ਸਕਦਾ ਹੈ ਕਿ ਉਹ ਆਪਣੇ ਫੈਸਲੇ ਤੋਂ ਪਛਤਾਵਾ ਕਰਨ। ਪਰ 2 ਦਿਨ ਇਸੇ ਤਰ੍ਹਾਂ ਲੰਘ ਗਏ। ਇਸ ਘਰ ਦੇ ਦਰਵਾਜ਼ੇ ਹਰ ਆਉਣ ਵਾਲੇ ਲਈ ਖੁੱਲ੍ਹੇ ਸਨ, ਬਸ ਮੇਰੇ ਲਈ ਹੀ ਬੰਦ ਸਨ। ਮੈਨੂੰ ਖਾਣ ਲਈ ਵੀ ਨਹੀਂ ਕਿਹਾ। ਮੈਂ ਭੁੱਖ ਪਿਆਸ ਤੋਂ ਥੱਕੀ ਹੋਈ ਸੀ। ਉਹ ਲੋਕ ਮੈਨੂੰ ਦੇਖ ਕੇ ਵੀ ਅਣਜਾਣ ਬਣ ਕੇ ਲੰਘ ਜਾਂਦੇ ਸਨ। ਮੈਂ ਕੋਈ ਗੈਰ ਨਹੀਂ ਸੀ। ਮੇਰਾ ਇਸ ਘਰ ਅਤੇ ਪਰਿਵਾਰ ਨਾਲ ਬਹੁਤ ਡੂੰਘਾ ਸੰਬੰਧ ਸੀ। ਮੈਂ ਇਸ ਘਰ ਵਿੱਚ ਉਹਨਾਂ ਦੇ ਪੁੱਤਰ ਦੀ ਪਤਨੀ ਸੀ ਤੇ ਉਹਨਾਂ ਦੇ ਪੁੱਤਰ ਦੀ ਇੱਜ਼ਤ ਸੀ, ਪਰ ਉਹਨਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਬੇਵੱਸ ਮੈਂ ਉਹਨਾਂ ਦਾ ਦਰਵਾਜ਼ਾ ਛੱਡ ਦਿੱਤਾ ਤੇ ਅਣਜਾਣ ਰਾਹਾਂ ਤੇ ਚੱਲ ਪਈ। ਸਿਰਫ ਘਰ ਵੱਡੇ ਹੁੰਦੇ ਹਨ, ਜਦੋਂ ਕਿ ਉਹਨਾਂ ਦੇ ਦਿਲ ਬਹੁਤ ਛੋਟੇ ਹੁੰਦੇ ਹਨ। ਜੇ ਉਹ ਮੈਨੂੰ ਨੌਕਰਾਣੀ ਦੀ ਥਾਂ ਦੇ ਕੇ ਆਪਣੇ ਘਰ ਰੱਖ ਲੈਂਦੇ ਤਾਂ ਵੀ ਮੈਂ ਸਾਰੀ ਉਮਰ ਉਹਨਾਂ ਦੇ ਸਾਹਮਣੇ ਨਾ ਬੋਲਦੀ, ਪਰ ਉਹ ਮੈਨੂੰ ਇਸ ਕਾਬਲ ਵੀ ਨਹੀਂ ਸਮਝਦੇ ਸਨ। ਉਹਨਾਂ ਨੇ ਮੈਨੂੰ ਟਿਸ਼ੂ ਪੇਪਰ ਵਾਂਗ ਵਰਤਿਆ ਅਤੇ ਆਪਣੇ ਪੁੱਤਰ ਦੇ ਜਾਣ ਤੋਂ ਬਾਅਦ ਸੁੱਟ ਦਿੱਤਾ। ਉਸ ਧਰਤੀ ਉੱਤੇ ਮੇਰਾ ਕੋਈ ਨਹੀਂ ਸੀ ਜਿੱਥੇ ਮੈਂ ਚਲੀ ਜਾਂਦੀ। ਹੁਣ ਤਾਂ ਇੰਜ ਲੱਗਦਾ ਸੀ ਜਿਵੇਂ ਜ਼ਮੀਨ ਵੀ ਮੇਰੇ ਤੋਂ ਤੰਗ ਆ ਗਈ ਹੋਵੇ। ਮੈਂ ਬਚਪਨ ਤੋਂ ਹੀ ਜ਼ਮਾਨੇ ਦੀਆਂ ਠੋਕਰਾਂ ਖਾਧੀਆਂ ਸੀ। ਮੈਂ 3 ਸਾਲਾਂ ਦੀ ਸੀ ਜਦੋਂ ਮੇਰੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਸਾਡੇ ਘਰ ਦੀ ਛੱਤ ਉਹਨਾਂ ਤੇ ਡਿੱਗ ਗਈ ਸੀ ਅਤੇ ਉਹਨਾਂ ਦੇ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਮੈਂ ਨਾਨਾ-ਨਾਨੀ ਕੋਲ ਹੋਣ ਕਾਰਨ ਬਚ ਗਈ ਸੀ। ਹੁਣ ਕਦੇ-ਕਦੇ ਮੈਂ ਸੋਚਦੀ ਹਾਂ ਕਿ ਮੈਂ ਵੀ ਉਸ ਸਮੇਂ ਆਪਣੇ ਮਾਤਾ-ਪਿਤਾ ਕੋਲ ਹੁੰਦੀ ਅਤੇ ਉਹਨਾਂ ਦੇ ਨਾਲ ਹੀ ਮਰ ਜਾਂਦੀ। ਪਤਾ ਨਹੀਂ ਰੱਬ ਨੇ ਮੇਰੀ ਜਾਨ ਕਿਉਂ ਬਚਾਈ। ਮੈਂ 6 ਸਾਲ ਆਪਣੇ ਨਾਨਾ-ਨਾਨੀ ਨਾਲ ਰਹੀ, ਜਦੋਂ ਮੇਰੇ ਨਾਨਾ-ਨਾਨੀ ਦੀ ਵੀ ਮੌਤ ਹੋ ਗਈ। ਮੈਂ 10 ਸਾਲ ਦੀ ਵੀ ਨਹੀਂ ਸੀ ਜਦੋਂ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਮੇਰੇ ਚਾਚਾ-ਚਾਚੀ ਕੋਲ ਛੱਡ ਦਿੱਤੀ ਸੀ। ਮੇਰੇ ਦਾਦਾ ਜੀ ਅਜੇ ਜਿਉਂਦੇ ਸਨ। ਉਹ ਮੈਨੂੰ ਬਹੁਤ ਪਿਆਰ ਕਰਦੇ ਸੀ, ਜਦੋਂ ਕਿ ਚਾਚਾ-ਚਾਚੀ ਮੈਨੂੰ ਬਹੁਤਾ ਪਸੰਦ ਨਹੀਂ ਕਰਦੇ ਸਨ, ਪਰ ਦਾਦਾ ਜੀ ਕਰਕੇ ਚੁੱਪ ਰਹਿੰਦੇ ਸਨ। ਚਾਚੇ ਦੀਆਂ 3 ਧੀਆਂ ਸਨ। ਪੁੱਤਰ ਸਭ ਤੋਂ ਛੋਟਾ ਸੀ ਅਤੇ ਘਰ ਵਿੱਚ ਉਸ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਸੀ। ਧੀਆਂ ਦੀ ਮਹੱਤਤਾ ਬਹੁਤ ਘੱਟ ਸੀ, ਪਰ ਮੇਰੀ ਮਹੱਤਤਾ ਤਾਂ ਸਭ ਤੋਂ ਘੱਟ ਸੀ, ਕਿਉਂਕਿ ਮੇਰੇ ਕੋਈ ਮਾਪੇ ਨਹੀਂ ਸਨ। ਬਸ ਦਾਦਾ ਜੀ ਕਰਕੇ ਮੈਨੂੰ ਸੰਭਾਲਿਆ ਜਾਂਦਾ ਸੀ। ਫਿਰ ਮੈਂ ਸੋਚਦੀ ਕਿ ਚੱਲ ਦੁਨੀਆ ਵਿੱਚ ਕੋਈ ਤਾਂ ਸਹਾਰਾ ਮਿਲ ਗਿਆ। ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਮੈਂ ਪ੍ਰਾਈਵੇਟ ਪੜ੍ਹਦੀ ਰਹੀ। ਚਾਚੇ ਦੀਆਂ ਧੀਆਂ ਨੂੰ ਪੜ੍ਹਾਈ ਵਿੱਚ ਬਹੁਤੀ ਰੁਚੀ ਨਹੀਂ ਸੀ, ਜਦੋਂ ਕਿ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਮੈਂ ਦਾਦਾ ਜੀ ਦੇ ਸਹਿਯੋਗ ਨਾਲ ਪੜ੍ਹ ਰਹੀ ਸੀ। ਅਜੇ ਮੇਰੇ 12ਵੀਂ ਜਮਾਤ ਦੇ ਪੇਪਰ ਹੀ ਹੋਏ ਸਨ ਜਦੋਂ ਮੇਰੇ ਦਾਦਾ ਜੀ ਵੀ ਇਸ ਦੁਨੀਆ ਤੋਂ ਚਲੇ ਗਏ। ਇਹ ਮੇਰੇ ਲਈ ਸਭ ਤੋਂ ਵੱਡਾ ਸਦਮਾ ਸੀ, ਕਿਉਂਕਿ ਉਹੀ ਮੈਨੂੰ ਮੇਰੇ ਚਾਚਾ ਅਤੇ ਚਾਚੀ ਦੀਆਂ ਝਿੜਕਾਂ ਤੋਂ ਬਚਾਉਂਦੇ ਸੀ ਅਤੇ ਮੇਰੇ ਚਚੇਰੇ ਭੈਣ ਭਰਾ ਦੀਆਂ ਲੜਾਈਆਂ ਝਗੜਿਆਂ ਅਤੇ ਕੁੱਟਮਾਰ ਤੋਂ ਵੀ ਬਚਾਉਂਦੇ ਸੀ। ਪਰ ਹੁਣ ਦੁਨੀਆ ਵਿੱਚ ਮੇਰਾ ਕੋਈ ਸਹਾਰਾ ਨਹੀਂ ਸੀ। ਮੈਂ ਪੂਰੀ ਤਰ੍ਹਾਂ ਇਕੱਲੀ ਸੀ ਅਤੇ ਇਹੀ ਗੱਲ ਮੈਨੂੰ ਡਰਾਉਂਦੀ ਸੀ। ਦਾਦਾ ਜੀ ਦੇ ਜਾਣ ਤੋਂ ਬਾਅਦ ਆਂਟੀ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਮੇਰੇ ਤੇ ਗਲੀ ਦੇ ਕਿਸੇ ਲੜਕੇ ਨਾਲ ਅਫੇਅਰ ਹੋਣ ਦੇ ਦੋਸ਼ ਲਗਾਏ ਅਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ।
ਮੈਂ ਪੂਰੀ ਤਰ੍ਹਾਂ ਬੇਵੱਸ ਹੋ ਗਈ ਸੀ। ਹੁਣ ਦੁਨੀਆ ਵਿੱਚ ਮੇਰਾ ਕੋਈ ਨਹੀਂ ਸੀ। ਇੱਕ ਜਵਾਨ ਤੇ ਇਕੱਲੀ ਕੁੜੀ ਗਲੀਆਂ ਵਿੱਚ ਘੁੰਮਦੀ ਰਹੀ ਤਾਂ ਲੋਕਾਂ ਨੂੰ ਵੀ ਸ਼ਿਕਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ। ਮੈਂ ਇਸ ਗੱਲ ਤੋਂ ਡਰ ਰਹੀ ਸੀ, ਪਰ ਰੱਬ ਨੇ ਮੇਰੇ ਤੇ ਕਿਰਪਾ ਕੀਤੀ ਅਤੇ ਮੈਂ ਅਨਾਥ ਆਸ਼ਰਮ ਪਹੁੰਚ ਗਈ। ਮੈਂ ਉਸ ਦਿਨ ਸੜਕਾਂ ਤੇ ਘੁੰਮ ਰਹੀ ਸੀ ਜਦੋਂ ਇੱਕ ਕਾਰ ਮੇਰੇ ਨੇੜੇ ਆ ਕੇ ਰੁਕੀ। ਰਾਤ ਦਾ ਹਨੇਰਾ ਸੀ। ਮੈਂ ਡਰ ਨਾਲ ਕੰਬ ਰਹੀ ਸੀ। ਉਸ ਕਾਰ ਵਿੱਚੋਂ ਇੱਕ ਅਧਖੜ ਉਮਰ ਦੀ ਔਰਤ ਬਾਹਰ ਆਈ। ਉਸਨੇ ਮੈਨੂੰ ਪੁੱਛਿਆ, ਕੀ ਤੁਸੀਂ ਰਾਤ ਦੇ ਹਨੇਰੇ ਵਿੱਚ ਇੱਥੇ ਕੀ ਕਰ ਰਹੇ ਹੋ? ਮੇਰੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਮੈਂ ਰੋਂਦੇ ਹੋਏ ਆਪਣੀ ਸਾਰੀ ਕਹਾਣੀ ਦੱਸੀ, ਜਿਸ ਤੇ ਉਹ ਔਰਤ ਮੈਨੂੰ ਆਪਣੇ ਨਾਲ ਅਨਾਥ ਆਸ਼ਰਮ ਲੈ ਗਈ। ਉਹ ਅਨਾਥ ਆਸ਼ਰਮ ਦੀ ਮੁਖੀ ਸੀ। ਮੈਂ ਖੁਸ਼ ਸੀ ਕਿ ਮੈਨੂੰ ਰਹਿਣ ਲਈ ਛੱਤ ਮਿਲ ਗਈ ਸੀ, ਪਰ ਅਨਾਥ ਆਸ਼ਰਮ ਦਾ ਮਾਹੌਲ ਵੀ ਇੰਨਾ ਚੰਗਾ ਨਹੀਂ ਸੀ। ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ ਅਤੇ ਬੜੀ ਮੁਸ਼ਕਲ ਨਾਲ ਮੈਂ ਉਸ ਔਰਤ ਨੂੰ ਮਨਾ ਲਈ। ਅਨਾਥ ਆਸ਼ਰਮ ਵਿੱਚ ਬਹੁਤ ਸਖਤ ਮਿਹਨਤ ਵਾਲੇ ਕੰਮ ਕਰਵਾਏ ਜਾਂਦੇ ਸੀ। ਉਹ ਔਰਤ ਮੇਰੇ ਤੋਂ ਸਿਲਾਈ ਅਤੇ ਕਢਾਈ ਦੇ ਕੰਮ ਲੈਣ ਲੱਗੀ। ਮੈਂ ਪਹਿਲਾਂ ਆਪਣੇ ਹਿੱਸੇ ਦਾ ਝਾੜੂ ਅਤੇ ਭਾਂਡਿਆਂ ਦਾ ਕੰਮ ਕਰਦੀ। ਉਸ ਤੋਂ ਬਾਅਦ ਮੈਂ ਆਪਣੇ ਕੱਪੜੇ ਧੋਂਦੀ ਅਤੇ ਫਿਰ ਸਿਲਾਈ ਕਢਾਈ ਦਾ ਕੰਮ ਕਰਦੀ। ਇਹ ਸਾਰੇ ਕੰਮ ਕਰਨ ਤੋਂ ਬਾਅਦ ਮੈਂ ਦੇਰ ਰਾਤ ਤੱਕ ਪੜ੍ਹਦੀ ਅਤੇ ਪੜ੍ਹਦਿਆਂ ਸੌਂ ਜਾਂਦੀ। ਇਹ ਮੇਰੀ ਖੁਸ਼ਕਿਸਮਤ ਸੀ ਕਿ ਉਹ ਮੈਨੂੰ ਪੜ੍ਹਾਈ ਕਰਨ ਦੇ ਰਹੀ ਸੀ। ਮੈਨੂੰ ਉਮੀਦ ਸੀ ਕਿ ਪੜ੍ਹਾਈ ਕਰਨ ਤੋਂ ਬਾਅਦ ਮੈਂ ਚੰਗਾ ਕੰਮ ਕਰਨਾ ਸ਼ੁਰੂ ਕਰਾਂਗੀ, ਪਰ ਨੌਕਰੀ ਮਿਲਣ ਤੋਂ ਪਹਿਲਾਂ ਹੀ ਉਸ ਔਰਤ ਦਾ ਮੇਰੇ ਪ੍ਰਤੀ ਰਵੱਈਆ ਥੋੜਾ ਚੰਗਾ ਹੋਣ ਲੱਗਾ ਸੀ। ਕਈ ਵਾਰ ਮੈਂ ਉਸ ਦੀ ਬਿਮਾਰੀ ਦੌਰਾਨ ਇੱਕ ਸੱਚੇ ਦੋਸਤ ਵਾਂਗ ਉਸ ਦੀ ਬਹੁਤ ਦੇਖਭਾਲ ਕੀਤੀ ਸੀ, ਜਿਸ ਕਾਰਨ ਉਹ ਮੇਰੇ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਅਤੇ ਉਸ ਨੇ ਮੈਨੂੰ ਕਿਹਾ ਸੀ ਕਿ ਜੇਕਰ ਕੋਈ ਚੰਗਾ ਰਿਸ਼ਤਾ ਆਇਆ ਤਾਂ ਉਹ ਮੇਰਾ ਵਿਆਹ ਜ਼ਰੂਰ ਕਰਵਾ ਦੇਵੇਗੀ, ਪਰ ਇਹ ਗੱਲ ਸਿਰੇ ਨਾ ਚੜ੍ਹ ਸਕੀ। ਉਸ ਸਮੇਂ ਮੈਂ ਆਪਣੇ ਮਾਸਟਰਜ਼ ਦੇ ਪੇਪਰ ਦੇ ਰਹੀ ਸੀ। ਮੈਂ ਪੇਪਰ ਦੇਣ ਤੋਂ ਬਾਅਦ ਵਾਪਸ ਆ ਰਹੀ ਸੀ ਜਦੋਂ ਇੱਕ ਕੁੜੀ ਨਾਲ ਮੇਰੀ ਲੜਾਈ ਹੋ ਗਈ। ਜਦੋਂ ਉਹ ਮੇਰੇ ਨਾਲ ਲੜਨ ਲੱਗੀ ਤਾਂ ਇੱਕ ਬਹੁਤ ਹੀ ਖੂਬਸੂਰਤ ਨੌਜਵਾਨ ਆਇਆ ਅਤੇ ਉਸਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਲੜਾਈ ਵਿੱਚੋਂ ਬਾਹਰ ਕੱਢਿਆ। ਉਹ ਇੱਕ ਵੱਡੇ ਅਤੇ ਅਮੀਰ ਪਰਿਵਾਰ ਤੋਂ ਲੱਗਦਾ ਸੀ, ਪਰ ਮੈਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਰ ਉਸ ਮੁੰਡੇ ਨਾਲ ਹੋਏ ਟਕਰਾਅ ਨੇ ਮੇਰੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਖੂਬਸੂਰਤ ਮੋੜ ਲੈ ਕੇ ਆਇਆ, ਕਿਉਂਕਿ ਉਸ ਮੁੰਡੇ ਨੂੰ ਮੇਰੇ ਨਾਲ ਪਿਆਰ ਹੋ ਗਿਆ ਸੀ ਅਤੇ ਮੇਰਾ ਪਤਾ ਲੱਭਦਿਆਂ ਉਹ ਉਸ ਅਨਾਥ ਆਸ਼ਰਮ ਵਿੱਚ ਪਹੁੰਚ ਗਿਆ ਸੀ। ਉਸ ਨੇ ਮੇਰੇ ਵਿਆਹ ਲਈ ਅਨਾਥ ਆਸ਼ਰਮ ਦੀ ਮੁਖੀ ਨਾਲ ਗੱਲ ਕੀਤੀ। ਇਸ ਬਾਰੇ ਸੁਣ ਕੇ ਮੁਖੀ ਨੇ ਹੰਗਾਮਾ ਮਚਾ ਦਿੱਤਾ ਅਤੇ ਉਸ ਨੇ ਮੇਰੇ ਤੇ ਹਰ ਤਰ੍ਹਾਂ ਦੇ ਦੋਸ਼ ਲਾਏ। ਉਸ ਨੇ ਕਿਹਾ ਕਿ ਮੈਂ ਪੜ੍ਹਾਈ ਦੇ ਬਹਾਨੇ ਲੜਕਿਆਂ ਨੂੰ ਫਸਾਉਣ ਜਾਂਦੀ ਹਾਂ ਅਤੇ ਹੁਣ ਮੈਂ ਇੱਕ ਅਮੀਰ ਲੜਕੇ ਨੂੰ ਫਸਾਇਆ ਹੈ। ਮੇਰੇ ਚਰਿੱਤਰ ਤੇ ਇਹ ਦੋਸ਼ ਮੇਰੇ ਤੇ ਬਹੁਤ ਭਾਰੀ ਸੀ, ਪਰ ਅਨਾਥ ਆਸ਼ਰਮ ਦੀਆਂ ਹੋਰ ਕੁੜੀਆਂ ਨੇ ਮੇਰਾ ਪੱਖ ਲੈਣਾ ਸ਼ੁਰੂ ਕਰ ਦਿੱਤਾ, ਕਿਉਂਕਿ ਮੇਰੀ ਸਾਰਿਆਂ ਨਾਲ ਚੰਗੀ ਦੋਸਤੀ ਸੀ। ਮੈਂ ਵੀ ਉਹਨਾਂ ਦੇ ਕੰਮ ਵਿੱਚ ਮਦਦ ਕਰਦੀ ਸੀ। ਕੁੜੀਆਂ ਮੇਰੇ ਚੰਗੇ ਵਿਹਾਰ ਤੋਂ ਬਹੁਤ ਖੁਸ਼ ਸਨ ਅਤੇ ਇਹ ਵੀ ਜਾਣਦੀਆਂ ਸਨ ਕਿ ਮੈਂ ਮਾੜੇ ਚਰਿੱਤਰ ਦੀ ਕੁੜੀ ਨਹੀਂ ਹਾਂ। ਜਦੋਂ ਮੁਖੀ ਨੇ ਮੇਰੇ ਵੱਲ ਦੇਖਿਆ ਤਾਂ ਉਹਨਾਂ ਨੇ ਮੇਰਾ ਵਿਆਹ ਉਸ ਲੜਕੇ ਨਾਲ ਕਰ ਦੇਣਾ ਹੀ ਚੰਗਾ ਸਮਝਿਆ, ਕਿਉਂਕਿ ਉਹਨਾਂ ਨੇ ਹੁਣ ਯਤੀਮਖਾਨੇ ਵਿੱਚ ਬਗਾਵਤ ਦੀ ਬੂ ਸੁੰਘ ਲਈ ਸੀ। ਜੇ ਮੈਂ ਉੱਥੇ ਰਹਿੰਦੀ ਤਾਂ ਮੇਰੇ ਲਈ ਹੋਰ ਵੀ ਔਖਾ ਹੋ ਜਾਣਾ ਸੀ। ਮੈਂ ਦੂਜੀਆਂ ਕੁੜੀਆਂ ਨੂੰ ਇਸ ਜ਼ੁਲਮ ਤੋਂ ਬਚਣ ਲਈ ਕਹਿੰਦੀ ਰਹਿੰਦੀ ਸੀ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਉਹਨਾਂ ਨੂੰ ਕਿਹਾ ਕਿ ਉਹ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਘੁੱਟ-ਘੁੱਟ ਕੇ ਗੁਜ਼ਾਰਦੀਆਂ ਰਹਿਣਗੀਆਂ, ਜਦੋਂ ਕਿ ਮੈਂ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਬਤੀਤ ਕਰਾਂਗੀ ਅਤੇ ਹੋਰ ਜ਼ੁਲਮ ਬਰਦਾਸ਼ਤ ਨਹੀਂ ਕਰਾਂਗੀ। ਇਸ ਤਰ੍ਹਾਂ ਵੱਡੀਆਂ ਗੱਲਾਂ ਕਰਕੇ ਮੈਂ ਯਤੀਮਖਾਨੇ ਤੋਂ ਬਾਹਰ ਆ ਗਈ ਅਤੇ ਅਨਿਕੇਤ ਮੈਨੂੰ ਵਿਆਹ ਕਰਵਾ ਕੇ ਆਪਣੇ ਘਰ ਲੈ ਗਿਆ ਅਤੇ ਜਿਵੇਂ ਹੀ ਉਹ ਲੈ ਕੇ ਗਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਮੈਂ ਇਸ ਸਭ ਲਈ ਬਿਲਕੁਲ ਤਿਆਰ ਨਹੀਂ ਸੀ। ਮੈਂ ਆਪਣੇ ਵਿਆਹ ਤੋਂ ਬਹੁਤ ਖੁਸ਼ ਸੀ ਅਤੇ ਆਪਣੇ ਪਤੀ ਨੂੰ ਬਹੁਤ ਪਿਆਰ ਕਰਨ ਲੱਗੀ ਸੀ। ਮੈਨੂੰ ਲੱਗ ਰਿਹਾ ਸੀ ਕਿ ਵਿਆਹ ਤੋਂ ਬਾਅਦ ਮੇਰੇ ਹਾਲਾਤ ਠੀਕ ਹੋ ਜਾਣਗੇ, ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਵਿਆਹ ਮੇਰੇ ਲਈ ਸਾਰੇ ਦਰਵਾਜ਼ੇ ਬੰਦ ਕਰ ਦੇਵੇਗਾ। ਹੁਣ ਮੈਂ ਵਾਪਸ ਉੱਥੇ ਕਿਵੇਂ ਜਾਵਾਂਗੀ ਜਿੱਥੋਂ ਮੈਂ ਆਈ ਸੀ? ਸਭ ਨੂੰ ਕੀ ਦੱਸਾਂਗੀ? ਅਨਾਥ ਆਸ਼ਰਮ ਛੱਡਣ ਵੇਲੇ ਮੈਂ ਬਹੁਤ ਖੁਸ਼ ਸੀ ਕਿ ਹੁਣ ਮੇਰਾ ਵੀ ਘਰ ਹੋਵੇਗਾ, ਪਰ 3 ਦਿਨਾਂ ਬਾਅਦ ਹੀ ਮੈਨੂੰ ਘਰੋਂ ਕੱਢ ਦਿੱਤਾ ਗਿਆ ਸੀ। ਮੇਰੇ ਸੁਪਨਿਆਂ ਦਾ ਮਹਿਲ ਜ਼ਮੀਨ ਤੇ ਡਿੱਗ ਕੇ ਚਕਨਾਚੂਰ ਹੋ ਗਿਆ ਸੀ। ਹੁਣ ਮੈਂ ਉਸ ਅਨਾਥ ਆਸ਼ਰਮ ਵਿੱਚ ਵਾਪਸ ਕਿਵੇਂ ਜਾਂਦੀ ਅਤੇ ਉੱਥੇ ਦਾ ਮੁਖੀ ਮੈਨੂੰ ਅਨਾਥ ਆਸ਼ਰਮ ਵਿੱਚ ਵੜਨ ਵੀ ਨਹੀਂ ਦਿੰਦਾ। ਅਜਿਹੀ ਸੋਚ ਮੈਨੂੰ ਦੁਬਾਰਾ ਅਨਾਥ ਆਸ਼ਰਮ ਜਾਣ ਤੋਂ ਰੋਕ ਰਹੀ ਸੀ। ਜ਼ਿੰਦਗੀ ਵਿੱਚ ਚਾਹੇ ਕਿੰਨੇ ਵੀ ਦੁੱਖ ਅਤੇ ਮੁਸੀਬਤਾਂ ਕਿਉਂ ਨਾ ਹੋਣ, ਪਰ
ਪਰ ਇੱਕ ਕੁੜੀ ਦੇ ਦਿਲ ਵਿੱਚ ਹਮੇਸ਼ਾ ਇੱਕ ਆਸ ਰਹਿੰਦੀ ਹੈ ਕਿ ਉਸਦਾ ਪਤੀ ਉਸਦਾ ਆਖਰੀ ਸਹਾਰਾ ਹੋਵੇਗਾ। ਉਹ ਹਮੇਸ਼ਾ ਆਪਣੇ ਚੰਗੇ ਸਮੇਂ ਦੀ ਉਡੀਕ ਕਰਦੀ ਹੈ, ਰੱਬ ਵਿੱਚ ਭਰੋਸਾ ਰੱਖਦੀ ਹੈ ਕਿ ਉਸਦਾ ਚੰਗਾ ਸਮਾਂ ਜ਼ਰੂਰ ਆਵੇਗਾ। ਜੇ ਕੋਈ ਸ਼ਹਿਜ਼ਾਦਾ ਨਹੀਂ ਤਾਂ ਕੋਈ ਨਾ ਕੋਈ ਦਿਆਲੂ ਬੰਦਾ ਜ਼ਰੂਰ ਆਵੇਗਾ ਤੇ ਉਸ ਦਾ ਹੱਥ ਫੜ ਕੇ ਆਪਣੇ ਨਾਲ ਲੈ ਜਾਵੇਗਾ ਤੇ ਨਵੀਂ ਦੁਨੀਆ ਵਸਾਵੇਗਾ। ਅਤੇ ਫਿਰ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਰਹੇ ਹਾਂ। ਚੰਗਾ ਸਮਾਂ ਕਦੇ ਨਹੀਂ ਆਉਂਦਾ, ਇਸ ਦੇ ਉਲਟ ਮਾੜਾ ਅਤੇ ਭਿਆਨਕ ਸਮਾਂ ਹੀ ਆਉਂਦਾ ਹੈ, ਜਦੋਂ ਵਿਅਕਤੀ ਸੋਚਣ ਅਤੇ ਸਮਝਣ ਦੀ ਆਪਣੀ ਸ਼ਕਤੀ ਗਵਾ ਦਿੰਦਾ ਹੈ ਅਤੇ ਨਿਰਾਸ਼ਾ ਉਸ ਨੂੰ ਪੂਰੀ ਤਰ੍ਹਾਂ ਘੇਰ ਲੈਂਦੀ ਹੈ। ਮੇਰੀ ਜ਼ਿੰਦਗੀ ਵਿੱਚ ਸਿਰਫ 3 ਦਿਨ ਹੀ ਖੁਸ਼ੀਆਂ ਸਨ, ਪਰ ਇਹ 3 ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਸਨ। ਮੇਰੀ ਜ਼ਿੰਦਗੀ ਇੱਕ ਪਾਸੇ ਅਤੇ ਇਹ 3 ਦਿਨ ਇੱਕ ਪਾਸੇ। ਇਹਨਾਂ 3 ਦਿਨਾਂ ਵਿੱਚ ਮੈਂ ਕਈ ਸੁਪਨੇ ਸਜਾਏ ਸਨ। ਮੈਂ ਅਨਿਕੇਤ ਨਾਲ ਬਹੁਤ ਖੁਸ਼ ਸੀ। ਸਾਡੇ ਵਿਆਹ ਨੂੰ 3 ਦਿਨ ਹੀ ਹੋਏ ਸਨ ਕਿ ਮੇਰੇ ਪਤੀ ਨੇ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਸੀ ਅਤੇ ਜਿਵੇਂ ਹੀ ਉਹ ਗਿਆ, ਉਸ ਦੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਰਾਤ ਦੇ ਹਨੇਰੇ ਵਿੱਚ ਧੱਕਾ ਦੇ ਕੇ ਘਰੋਂ ਬਾਹਰ ਕੱਢ ਦਿੱਤਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਨੂੰ ਘਰੋਂ ਕਿਉਂ ਕੱਢਿਆ ਜਾ ਰਿਹਾ ਹੈ। ਆਖਰ ਮੇਰਾ ਕੀ ਗੁਨਾਹ ਹੈ? ਮੈਂ ਰੋਂਦੀ ਰਹੀ, ਮਿੰਨਤਾਂ ਕਰਦੀ ਰਹੀ, ਸਾਰਿਆਂ ਨੂੰ ਆਪਣੇ ਗੁਨਾਹ ਬਾਰੇ ਪੁੱਛਦੀ ਰਹੀ, ਪਰ ਕਿਸੇ ਨੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਉਹਨਾਂ ਨੇ ਮੇਰੇ ਗਰੀਬ ਹੋਣ ਕਾਰਨ ਆਪਣੀ ਨਫ਼ਰਤ ਜ਼ਾਹਰ ਕੀਤੀ। ਉਹਨਾਂ ਨੂੰ ਮੇਰੇ ਤੇ ਜਰਾ ਵੀ ਤਰਸ ਨਹੀਂ ਆਇਆ ਅਤੇ ਮੈਨੂੰ ਘਰੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ। ਮੈਂ ਪਹਿਲਾਂ ਵੀ ਇੱਕ ਅਨਾਥ ਆਸ਼ਰਮ ਵਿੱਚ ਰਹਿੰਦੀ ਸੀ, ਹੁਣ ਮੈਂ ਪੂਰੀ ਤਰ੍ਹਾਂ ਸੜਕ ਤੇ ਸੀ। ਸੜਕ ਤੇ ਇਕੱਲੀ ਕੁੜੀ। ਮਾਹੌਲ ਬਹੁਤ ਖਰਾਬ ਸੀ। ਇਸ ਤੋਂ ਇਲਾਵਾ ਸਰਦੀਆਂ ਦਾ ਮੌਸਮ ਸੀ। ਠੰਡ ਇੰਨੀ ਤੇਜ਼ ਸੀ ਕਿ ਮੈਂ ਕੰਬ ਰਹੀ ਸੀ। ਠੰਡੀ ਹਵਾ ਸਰੀਰ ਨੂੰ ਚੀਰ ਰਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਿੱਥੇ ਜਾਵਾਂ। ਰਾਤ ਦਾ ਸਮਾਂ ਸੀ। ਮੈਂ ਉੱਥੇ ਇੱਕ ਪਾਸੇ ਬੈਠ ਗਈ। ਜਿਵੇਂ ਹੀ ਮੈਂ ਉੱਥੇ ਬੈਠੀ ਤਾਂ 2 ਵਿਅਕਤੀ ਉੱਥੇ ਆ ਗਏ। ਮੈਂ ਬਹੁਤ ਘਬਰਾ ਗਈ। ਉਹਨਾਂ ਨੇ ਮੈਨੂੰ ਛੇੜਨਾ ਸ਼ੁਰੂ ਕਰ ਦਿੱਤਾ। ਉਦੋਂ ਹੀ ਇੱਕ ਪਤੀ ਪਤਨੀ ਉੱਥੋਂ ਲੰਘ ਰਹੇ ਸੀ ਅਤੇ ਉਹਨਾਂ ਨੇ ਮੈਨੂੰ ਬਚਾਇਆ ਅਤੇ ਉਹਨਾਂ ਲੜਕੀਆਂ ਨੂੰ ਭਜਾ ਦਿੱਤਾ। ਉਹ ਬਹੁਤ ਅਮੀਰ ਦਿਖਾਈ ਦਿੰਦੇ ਸਨ ਅਤੇ ਉਹ ਪਤੀ ਪਤਨੀ ਬਹੁਤ ਸੁੰਦਰ ਸੀ। ਉਹਨਾਂ ਨੂੰ ਦੇਖ ਕੇ ਉਹ ਲੜਕੇ ਭੱਜ ਗਏ ਤਾਂ ਉਹਨਾਂ ਨੇ ਮੈਨੂੰ ਮੇਰਾ ਹਾਲ ਪੁੱਛਿਆ। ਮੈਂ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਉਹ ਵੀ ਇਹ ਸੁਣ ਕੇ ਬਹੁਤ ਦੁਖੀ ਹੋਏ। ਉਹਨਾਂ ਨੇ ਮੈਨੂੰ ਆਪਣੇ ਘਰ ਨੌਕਰੀ ਦੇਣ ਦਾ ਫੈਸਲਾ ਕੀਤਾ ਅਤੇ ਮੈਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ। ਹੁਣ ਮੈਂ ਉਹਨਾਂ ਦਾ ਕੰਮ ਬੜੀ ਲਗਨ ਅਤੇ ਦਿਲ ਨਾਲ ਕਰਦੀ ਸੀ, ਕਿਉਂਕਿ ਮੈਂ ਇਸ ਨੌਕਰੀ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ। ਉਹ ਮੇਰੇ ਕੰਮ ਤੋਂ ਇੰਨਾ ਖੁਸ਼ ਹੋਏ ਕਿ ਉਹ ਮੈਨੂੰ ਆਪਣੇ ਨਾਲ ਅਮਰੀਕਾ ਲੈ ਗਏ। ਹੁਣ ਮੈਂ ਉੱਥੇ ਕੰਮ ਕਰਦੀ ਸੀ। ਮੈਨੂੰ ਵੀ ਕੰਮ ਦੀ ਲੋੜ ਸੀ ਅਤੇ ਉਹਨਾਂ ਨੂੰ ਵੀ ਮੇਰਾ ਕੰਮ ਪਸੰਦ ਸੀ, ਜਿਸ ਕਰਕੇ ਉਹ ਮੈਨੂੰ ਆਪਣੇ ਨਾਲ ਲੈ ਗਏ। ਮੈਂ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਜਿਨ੍ਹਾਂ ਲੋਕਾਂ ਨਾਲ ਮੈਂ ਅਮਰੀਕਾ ਗਈ ਸੀ, ਉਹਨਾਂ ਦੇ ਸਾਰੇ ਕੰਮ ਆਪ ਹੀ ਕਰਦੀ ਸੀ। ਮੈਂ ਅਨਾਥ ਆਸ਼ਰਮ ਵਿੱਚ ਰਹਿ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ। ਮੇਰੀਆਂ ਸਾਰੀਆਂ ਆਸਾਂ ਖਤਮ ਹੋ ਗਈਆਂ ਸਨ। ਮੇਰੇ ਪਤੀ ਦੇ ਉੱਥੇ ਹੋਣ ਦੇ ਬਾਵਜੂਦ ਮੈਂ ਇਕੱਲੀ ਸੀ। ਮੈਂ ਉਸ ਨੂੰ ਬਹੁਤ ਯਾਦ ਕਰਦੀ ਸੀ, ਪਰ ਮੈਂ ਕੀ ਕਰਦੀ? ਮੈਂ ਬਿਲਕੁਲ ਬੇਵੱਸ ਸੀ। ਉਹ ਪਤੀ ਪਤਨੀ ਮੇਰੇ ਭਰਾ ਅਤੇ ਭਾਬੀ ਵਰਗੇ ਸਨ। ਮੈਨੂੰ ਰੋਂਦਾ ਦੇਖ ਕੇ ਉਹ ਹਰ ਵੇਲੇ ਮੇਰੀ ਚਿੰਤਾ ਕਰਦੇ ਰਹਿੰਦੇ ਸੀ। ਇਸ ਲਈ ਉਹ ਮੈਨੂੰ ਉਤਸ਼ਾਹਿਤ ਕਰਦੇ ਹਨ ਕਿ ਮੈਨੂੰ ਦੱਸਦੇ ਸਨ ਕਿ ਜ਼ਿੰਦਗੀ ਇੱਥੇ ਖਤਮ ਨਹੀਂ ਹੁੰਦੀ। ਵਿਆਹ ਜ਼ਿੰਦਗੀ ਦਾ ਹਿੱਸਾ ਹੈ, ਪਰ ਜ਼ਿੰਦਗੀ ਨਹੀਂ। ਪਰ ਮੈਂ ਇਸ ਦਿਲ ਦਾ ਕੀ ਕਰਾਂ ਜੋ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਸੀ। ਮੇਰਾ ਦਿਲ ਤਾਂ ਅਨਿਕੇਤ ਨੂੰ ਦੇਖਣਾ ਚਾਹੁੰਦਾ ਸੀ। ਮੈਂ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਮੇਰਾ ਅਨਿਕੇਤ ਮੈਨੂੰ ਮਿਲ ਜਾਵੇ ਤਾਂ ਜੋ ਮੈਂ ਉਸ ਨੂੰ ਦੱਸ ਸਕਾਂ ਕਿ ਉਸ ਤੋਂ ਬਾਅਦ ਮੇਰੇ ਨਾਲ ਕੀ ਕੁਝ ਹੋਇਆ। ਮੈਂ ਉਸ ਦੇ ਮੋਢੇ ਤੇ ਆਪਣਾ ਸਿਰ ਰੱਖ ਕੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਰੋਣਾ ਚਾਹੁੰਦੀ ਸੀ। ਮੈਂ ਉਸ ਨੂੰ ਦੱਸਣਾ ਚਾਹੁੰਦੀ ਸੀ ਕਿ ਉਸ ਨੂੰ ਕਿੰਨਾ ਪਿਆਰ ਕਰਦੀ ਹਾਂ ਅਤੇ ਮੈਂ ਉਸ ਦੀ ਯਾਦ ਵਿੱਚ ਦਿਨ ਅਤੇ ਰਾਤਾਂ ਕਿਵੇਂ ਤੜਫਦੇ ਹੋਏ ਬਿਤਾਈਆਂ ਹਨ। ਪਰ ਇਸ ਸਭ ਲਈ ਮੈਨੂੰ ਉਸ ਦੀ ਲੋੜ ਸੀ ਅਤੇ ਉਹ ਕਿਤੇ ਵੀ ਨਹੀਂ ਸੀ। ਮੈਂ ਕਦੇ ਉਸ ਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਪਰ ਪਤਾ ਨਹੀਂ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਮੇਰੇ ਬਾਰੇ ਕੀ ਕਿਹਾ ਹੋਵੇਗਾ। ਉਹਨਾਂ ਨੇ ਕੀ ਦੋਸ਼ ਲਾਏ ਹੋਣਗੇ। ਇਹ ਸਭ ਸੋਚ ਕੇ ਮੇਰਾ ਮਨ ਸੁੰਨ ਹੋ ਜਾਂਦਾ ਅਤੇ ਮੈਂ ਸਿਰ ਫੜ ਕੇ ਬੈਠ ਜਾਂਦੀ।
ਮੈਂ ਆਪਣੇ ਆਪ ਨੂੰ ਵਿਅਸਤ ਰੱਖਣ ਲਈ ਜ਼ਿਆਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਮੈਂ ਆਪਣੇ ਭਰਾ ਦੇ ਘਰ ਦਾ ਸਾਰਾ ਕੰਮ ਆਪਣੀ ਦੇਖ-ਰੇਖ ਹੇਠਾਂ ਕਰਵਾ ਲੈਂਦੀ ਸੀ। ਉਹਨਾਂ ਨੇ ਹੁਣ ਮੈਨੂੰ ਕੋਈ ਵੀ ਕੰਮ ਕਰਨ ਤੋਂ ਵਰਜਿਆ ਸੀ। ਉਹ ਮੇਰੇ ਤੋਂ ਆਪਣੇ ਘਰ ਦੇ ਕੰਮ ਕਰਵਾਉਣਾ ਪਸੰਦ ਨਹੀਂ ਕਰਦੇ ਸਨ, ਪਰ ਮੈਂ ਉਹਨਾਂ ਦੇ ਅਹਿਸਾਨ ਦਾ ਭੁਗਤਾਨ ਕਰਨਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਕਿ ਮੈਂ ਵੀ ਉਹਨਾਂ ਲਈ ਕੁਝ ਕਰਾਂ। ਇਸ ਲਈ ਮੈਂ ਉਹਨਾਂ ਦੇ ਘਰ ਦਾ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਸੰਭਾਲ ਲਿਆ। ਉਹ ਦੋਵੇਂ ਕਾਰੋਬਾਰ ਕਰਦੇ ਸਨ, ਦੋਵੇਂ ਦਫ਼ਤਰ ਚਲੇ ਜਾਂਦੇ ਸਨ ਅਤੇ ਉਹਨਾਂ ਦਾ ਸਾਰਾ ਘਰੇਲੂ ਕੰਮ ਮੇਰੇ ਕਹਿਣ ਤੇ ਹੀ ਹੁੰਦਾ ਸੀ। ਪਰ ਜਦੋਂ ਵੀ ਘਰ ਦਾ ਕੰਮ ਨਿਬੇੜ ਕੇ ਵਿਹਲੀ ਹੁੰਦੀ ਤਾਂ ਮੈਂ ਅਨਿਕੇਤ ਬਾਰੇ ਸੋਚਣ ਲੱਗ ਪੈਂਦੀ। ਇਸ ਲਈ ਮੈਂ ਇੱਕ ਥਾਂ ਹੋਰ ਨੌਕਰੀ ਕਰ ਲਈ ਅਤੇ ਫਿਰ ਦੂਜੀ ਥਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਮੈਂ ਲੱਖਾਂ ਵਿੱਚ ਕਮਾਉਂਦੀ ਸੀ। ਮੇਰੇ ਭਰਾ ਅਤੇ ਭਰਜਾਈ ਮੈਨੂੰ ਕੁਝ ਜੇਬ ਖਰਚ ਲਈ ਪੈਸੇ ਦਿੰਦੇ ਸਨ, ਪਰ ਮੇਰੀ ਇੱਛਾ ਹੁਣ ਮਰ ਚੁੱਕੀ ਸੀ। ਮੇਰੇ ਖਾਤੇ ਵਿੱਚ ਪੈਸਿਆਂ ਦਾ ਢੇਰ ਸੀ, ਪਰ ਮੈਨੂੰ ਉਹਨਾਂ ਨੂੰ ਕਿਤੇ ਵੀ ਖਰਚਣ ਦਾ ਮਨ ਨਹੀਂ ਕਰਦਾ ਸੀ। ਹੁਣ ਮੈਂ ਜ਼ਿੰਦਗੀ ਤੋਂ ਬੋਰ ਹੋ ਗਈ ਸੀ। ਜਦੋਂ ਮੇਰੀ ਜ਼ਿੰਦਗੀ ਥੋੜੀ ਵਿਅਸਤ ਹੋ ਗਈ ਤਾਂ ਮੈਂ ਵੀ ਦੁੱਖਾਂ ਤੋਂ ਬਾਹਰ ਨਿਕਲਣ ਲੱਗੀ। ਹੁਣ ਮੈਨੂੰ ਆਪਣੇ ਦੁੱਖਾਂ ਵਿੱਚੋਂ ਬਾਹਰ ਨਿਕਲਦਾ ਦੇਖ ਕੇ ਭਰਾ ਭਾਬੀ ਵੀ ਬਹੁਤ ਖੁਸ਼ ਹੋਏ। ਨਵੀਂ ਨੌਕਰੀ ਬਹੁਤ ਔਖੀ ਸੀ, ਜਿਸ ਲਈ ਸਮੇਂ ਦਾ ਪਾਬੰਦ ਹੋਣਾ ਬਹੁਤ ਜ਼ਰੂਰੀ ਸੀ। ਬੌਸ ਨੂੰ ਟਾਈਮ ਟੇਬਲ ਅਨੁਸਾਰ ਕੰਮ ਕਰਨਾ ਪਸੰਦ ਸੀ। ਮੈਨੂੰ ਮੇਰੇ ਸੀਨੀਅਰ ਵੱਲੋਂ ਕਈ ਵਾਰ ਝਿੜਕਾਂ ਵੀ ਪਈਆਂ ਸਨ, ਪਰ ਕਿਉਂਕਿ ਮੈਂ ਇਸ ਕੰਮ ਵਿੱਚ ਬਹੁਤ ਰੁੱਝੀ ਰਹਿੰਦੀ ਸੀ ਅਤੇ ਮੇਰੀਆਂ ਮੁਸ਼ਕਲਾਂ ਘਟ ਰਹੀਆਂ ਸਨ, ਮੈਂ ਇਸ ਨੂੰ ਜਾਰੀ ਰੱਖਿਆ। ਬੌਸ ਨੇ ਅੱਜ ਦਫ਼ਤਰ ਆਉਣਾ ਸੀ। ਮੈਂ ਉਸ ਬਾਰੇ ਸੁਣਿਆ ਸੀ ਕਿ ਉਹ ਬਹੁਤ ਸਖਤ ਹਨ, ਕਦੇ ਕਿਸੇ ਦੀ ਗਲਤੀ ਨੂੰ ਮਾਫ਼ ਨਹੀਂ ਕਰਦੇ ਅਤੇ ਕੁੜੀਆਂ ਨਾਲ ਬਹੁਤਾ ਮਾੜਾ ਵਿਵਹਾਰ ਕਰਦੇ ਹਨ। ਮੈਂ ਬੌਸ ਬਾਰੇ ਸੁਣ ਕੇ ਬਹੁਤ ਪਰੇਸ਼ਾਨ ਸੀ ਅਤੇ ਬੌਸ ਦਫ਼ਤਰ ਆ ਗਏ ਸਨ ਅਤੇ ਸਾਰੇ ਨਵੇਂ ਅਤੇ ਪੁਰਾਣੇ ਵਰਕਰ ਉਹਨਾਂ ਨੂੰ ਆਪਣੇ ਕੰਮ ਦੀ ਰਿਪੋਰਟ ਦੇ ਰਹੇ ਸਨ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਵੀ ਬੌਸ ਦੇ ਦਫ਼ਤਰ ਵਿੱਚ ਦਾਖਲ ਹੋ ਗਈ, ਪਰ ਇੰਜ ਜਾਪਦਾ ਸੀ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਹੋਵੇ। ਜਿਵੇਂ ਹੀ ਮੈਂ ਬੌਸ ਨੂੰ ਦੇਖਿਆ, ਮੈਨੂੰ ਚੱਕਰ ਆਇਆ ਅਤੇ ਅਚਾਨਕ ਮੈਂ ਜ਼ਮੀਨ ਤੇ ਗੋਡਿਆਂ ਭਾਰ ਡਿੱਗ ਪਈ। ਜਦੋਂ ਬੌਸ ਨੇ ਵੀ ਅੱਖਾਂ ਚੁੱਕ ਕੇ ਮੇਰੇ ਵੱਲ ਦੇਖਿਆ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਸਮਾਂ ਅੱਗੇ ਵਧਣ ਤੋਂ ਰੁਕ ਗਿਆ ਹੋਵੇ। ਮੈਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਅੱਗੇ ਕੀ ਕਰਾਂ। ਮੈਂ ਉੱਥੋਂ ਭੱਜਣ ਲੱਗੀ। ਇਸ ਦੌਰਾਨ ਬੌਸ ਨੇ ਮੇਰੀ ਬਾਂਹ ਫੜੀ ਅਤੇ ਮੈਨੂੰ ਧੱਕ ਕੇ ਕੰਧ ਨਾਲ ਲਾ ਦਿੱਤਾ ਅਤੇ ਮੇਰਾ ਮੂੰਹ ਆਪਣੇ ਹੱਥ ਵਿੱਚ ਫੜ ਲਿਆ। ਦਰਦ ਕਾਰਨ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਬੌਸ ਦੇ ਤੌਰ ਤੇ ਇਹ ਸਖਤ ਵਿਅਕਤੀ ਕੋਈ ਹੋਰ ਨਹੀਂ ਸਗੋਂ ਮੇਰਾ ਆਪਣਾ ਅਨਿਕੇਤ ਸੀ। ਉਹ ਗੁੱਸੇ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖ ਰਿਹਾ ਸੀ। ਮੇਰੇ ਮੂੰਹੋਂ ਇੱਕਦਮ ਹੌਲੀ ਜਿਹੀ ਆਵਾਜ਼ ਨਿਕਲੀ, ਅਨਿਕੇਤ, ਮੈਨੂੰ ਛੱਡ ਦਿਓ, ਮੈਨੂੰ ਬਹੁਤ ਦਰਦ ਹੋ ਰਿਹਾ ਹੈ। ਜਿਸ ਤੇ ਅਨਿਕੇਤ ਨੇ ਵੀ ਗੁੱਸੇ ਵਿੱਚ ਕਿਹਾ, ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਮੈਂ ਇੰਨੇ ਸਾਲਾਂ ਤੋਂ ਜੋ ਦਰਦ ਝੱਲ ਰਿਹਾ ਹਾਂ ਉਸ ਦਾ ਕੀ, ਜੋ ਮੈਂ ਤੇਰੇ ਬਿਨਾਂ ਇੰਨੇ ਸਾਲ ਕੱਟੇ ਹਨ। ਉਹ ਮੇਰੇ ਕੋਲੋਂ ਲੰਘੇ ਸਾਲਾਂ ਦਾ ਹਿਸਾਬ ਮੰਗ ਰਿਹਾ ਸੀ ਅਤੇ ਹੁਣ ਮੈਨੂੰ ਸਮਝ ਆ ਗਈ ਸੀ ਕਿ ਇਹ ਬੌਸ ਇੰਨਾ ਸਖਤ ਕਿਉਂ ਹੈ। ਜੋ ਆਦਮੀ ਆਪਣੀ ਪਤਨੀ ਦੀ ਬੇਵਫਾਈ ਕਾਰਨ ਟੁੱਟਿਆ ਹੋਇਆ ਹੋਵੇ, ਉਹ ਬਾਹਰੋਂ ਅਜਿਹਾ ਹੋ ਹੀ ਜਾਂਦਾ ਹੈ। ਉਹ ਮੈਨੂੰ ਲੱਭਦਾ ਫਿਰਦਾ ਰਿਹਾ, ਪਰ ਮੈਂ ਉਸ ਨੂੰ ਲੱਭ ਨਹੀਂ ਸਕੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦੱਸਿਆ ਸੀ ਕਿ ਜਿਸ ਦਿਨ ਸਾਰੇ ਅਨਿਕੇਤ ਨੂੰ ਏਅਰਪੋਰਟ ਛੱਡਣ ਗਏ ਸਨ, ਮੈਂ ਪਿੱਛੇ ਤੋਂ ਘਰ ਦਾ ਸਾਰਾ ਸਮਾਨ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਈ ਸੀ। ਅਨਿਕੇਤ ਨੂੰ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਆਇਆ। ਉਸ ਨੇ ਆਸ਼ਰਮ ਵਿੱਚ ਵੀ ਪੁੱਛਗਿੱਛ ਕੀਤੀ, ਮੈਂ ਉੱਥੇ ਵੀ ਨਹੀਂ ਸੀ। ਉਹ ਹੁਣ ਮੈਨੂੰ ਲੱਭਦਾ ਨਿਰਾਸ਼ ਹੋ ਗਿਆ ਸੀ ਅਤੇ ਉਹ ਵੀ ਹੁਣ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਤੇ ਯਕੀਨ ਕਰ ਚੁੱਕਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਦੀ ਇਸ ਹਰਕਤ ਕਾਰਨ ਹੋਰ ਕੁਝ ਨਹੀਂ ਹੋਇਆ ਸੀ। ਹਾਂ, ਉਹਨਾਂ ਦਾ ਪੁੱਤਰ ਕੁੜੀਆਂ ਨਾਲ ਨਫ਼ਰਤ ਕਰਨ ਲੱਗ ਪਿਆ ਅਤੇ ਗੁੱਸੇ ਵਾਲਾ ਵਿਅਕਤੀ ਬਣ ਗਿਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਨਿਕੇਤ ਕਿੰਨਾ ਹਸਮੁਖ ਵਿਅਕਤੀ ਸੀ। ਉਸ ਦੇ ਨਾਲ ਬਿਤਾਏ 3 ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਦਿਨ ਸਨ, ਪਰ ਇੱਥੇ ਮੈਨੂੰ ਉਹਨਾਂ ਦੀ ਸ਼ਖਸੀਅਤ ਦਾ ਇੱਕ ਹੋਰ ਪਹਿਲੂ ਦੇਖਣ ਨੂੰ ਮਿਲਿਆ, ਜੋ ਕਿ ਨਿਰੋਲ ਉਸ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਤੋਹਫਾ ਸੀ। ਮੈਂ ਅਨਿਕੇਤ ਦੇ ਭੁਲੇਖੇ ਨੂੰ ਦੂਰ ਕਰਨਾ ਚਾਹੁੰਦੀ ਸੀ। ਮੈਂ ਉਸ ਨੂੰ ਦੱਸਣਾ ਚਾਹੁੰਦੀ ਸੀ ਕਿ ਮੈਂ ਉਸ ਨਾਲ ਕੋਈ ਧੋਖਾ ਨਹੀਂ ਕੀਤਾ ਹੈ। ਉਸ ਦੇ ਪਰਿਵਾਰ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ, ਪਰ ਮੈਂ ਨਹੀਂ ਸੋਚਿਆ ਸੀ ਕਿ ਉਹ ਮੇਰੇ ਤੇ ਵਿਸ਼ਵਾਸ ਕਰਨਗੇ। ਇਸ ਲਈ ਮੈਂ ਉਸ ਨੂੰ ਕੁਝ
ਦੱਸਣ ਦੀ ਬਜਾਏ ਉਸ ਨੂੰ ਆਪਣੇ ਨਾਲ ਆਪਣੇ ਭਰਾ ਭਾਬੀ ਦੇ ਘਰ ਲੈ ਜਾਣਾ ਜ਼ਰੂਰੀ ਸਮਝਿਆ। ਮੈਂ ਭਰਾ ਅਤੇ ਭਾਬੀ ਨੂੰ ਫੋਨ ਕਰਕੇ ਬੁਲਾ ਲਿਆ ਤੇ ਸਾਰੀ ਗੱਲ ਦੱਸਣ ਲਈ ਕਿਹਾ, ਜਿਸ ਤੋਂ ਬਾਅਦ ਭਰਾ ਨੇ ਉਸ ਨੂੰ ਸੱਚਾਈ ਦੱਸੀ। ਉਸ ਦੀਆਂ ਸਾਰੀਆਂ ਗੱਲਾਂ ਸੁਣ ਕੇ ਅਨਿਕੇਤ ਨੇ ਹੰਝੂ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ। ਮੈਂ ਦੁਖੀ ਸੀ ਕਿ ਮੇਰਾ ਪਤੀ ਰੋ ਰਿਹਾ ਸੀ। ਉਸਨੇ ਮੇਰੇ ਸਾਹਮਣੇ ਹੱਥ ਜੋੜ ਲਏ। ਮੈਂ ਝੱਟ ਉਹਦੇ ਹੱਥ ਫੜ ਕੇ ਜੱਫੀ ਪਾ ਲਈ, ਕਿਉਂਕਿ ਜਿੰਨੀਆਂ ਮੁਸੀਬਤਾਂ ਮੇਰੇ ਤੇ ਆਈਆਂ ਸਨ ਓਨੀ ਹੀ ਉਸ ਦੇ ਦਿਲ ਵਿੱਚ ਵੀ ਪੀੜ ਸੀ। ਅਨਿਕੇਤ ਦੀਆਂ ਬਾਹਾਂ ਵਿੱਚ ਆ ਕੇ ਮੈਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਮੈਂ ਆਪਣੇ ਸਾਰੇ ਦੁੱਖ ਭੁੱਲ ਗਈ ਸੀ, ਜਿਵੇਂ ਮੇਰੇ ਪਿਛਲੇ ਦੁੱਖਾਂ ਤੇ ਮਲਮ ਲੱਗ ਗਈ ਸੀ। ਅਨਿਕੇਤ ਨੇ ਵੀ ਮੈਨੂੰ ਆਪਣੀ ਬਾਹਾਂ ਵਿੱਚ ਘੁੱਟ ਲਿਆ ਸੀ। ਉਹ ਵੀ ਮੇਰੇ ਲਈ ਬਹੁਤ ਤੜਫ ਰਿਹਾ ਸੀ। ਹੁਣ ਅਨਿਕੇਤ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਬੰਦ ਕਰ ਦਿੱਤਾ ਸੀ। ਕਦੇ ਕਦਾਈ ਫੋਨ ਤੇ ਗੱਲ ਕਰਦਾ ਹੈ ਅਤੇ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਉਸਨੇ ਮੈਨੂੰ ਲੱਭ ਲਿਆ ਹੈ। ਹੁਣ ਉਹ ਮੇਰੇ ਨਾਲ ਅਮਰੀਕਾ ਰਹਿਣ ਲੱਗ ਪਈ ਹੈ ਅਤੇ ਹੁਣ ਅਸੀਂ ਬਹੁਤ ਖੁਸ਼ਹਾਲ ਜੀਵਨ ਬਤੀਤ ਕਰਨ ਲੱਗੇ। ਇੰਨੀਆਂ ਦੁੱਖਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਮੇਰੀ ਜ਼ਿੰਦਗੀ ਵਿੱਚ ਸਵੇਰ ਆ ਗਈ ਸੀ। ਸੋ ਦੋਸਤੋ, ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅੰਤ ਤੱਕ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।